ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬरुण कौर मान। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਇੱਕ ਵਾਰੀ ਫਿਰ ਤੋਂ ਉੱਠਿਆ ਮੁੱਦਾ, ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲਣ 'ਚ ਹੋ ਰਹੀ ਦੇਰੀ ਦਾ। 5 ਲੱਖ ਵਿਦੇਸ਼ੀਆਂ ਨੂੰ ਕੈਨੇਡਾ ਦਾ ਵੀਜ਼ਾ ਮਿਲਣ ਦੀ ਸੰਭਾਵਨਾ। ਅੰਮ੍ਰਿਤਸਰ ਹਵਾਈ ਅੱਡੇ ਤੇ ਯਾਤਰੀਆਂ ਨੂੰ ਛੱਡ ਕੇ ਉੱਡਿਆ ਜਹਾਜ਼। ਆਪਣੀ ਨੌਕਰਾਣੀ ਦੇ ਲਈ ਕਰੋੜਾਂ ਦਾ ਬੰਗਲਾ ਛੱਡ ਗਏ ਇਵਾਨਾ ਟਰੰਪ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ। ਅਮਰੀਕਾ 'ਚ ਛੋਟਾ ਜਹਾਜ਼ ਹਾਦਸਾਗ੍ਰਸਤ, ਟੈਨੇਸੀ ਚਰਚ ਦੇ 4 ਮੈਂਬਰਾਂ ਦੀ ਮੌਤ। ਕੈਨੇਡਾ ਦੇ ਵਿੱਚ ਮੁੜ 170 ਬੱਚਿਆਂ ਦੀਆਂ ਕਬਰਾਂ ਮਿਲੀਆਂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਜਾਰਜੀਆ ਤੋਂ ਅਮਰੀਕੀ ਪ੍ਰਤੀਨਿਧ ਸਦਨ ਦੇ ਮੈਂਬਰ ਰਿਕ ਮੈਕਰਮਿਕ ਨੇ ਭਾਰਤੀਆਂ ਦੀ ਜ਼ੋਰਦਾਰ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ ਗ੍ਰੀਨ ਕਾਰਡ ਮਿਲਣ ਦੇ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਜ਼ੋਰ ਸ਼ੋਰ ਦੇ ਨਾਲ ਉਠਾਉਂਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸੁਧਾਰ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ ਹੈ। ਇਸ ਸਮੇਂ 3,69,000 ਭਾਰਤੀ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਨੇ। ਰਿਕ ਨੇ ਕਿਹਾ ਕਿ ਭਾਰਤੀ ਅਮਰੀਕਾ ਦੀ ਕੁੱਲ ਆਬਾਦੀ ਦਾ ਕੇਵਲ 1.4% ਹਿੱਸਾ ਨੇ, ਪਰ ਟੈਕਸਾਂ ਵਿੱਚ ਉਹਨਾਂ ਦਾ ਯੋਗਦਾਨ 6% ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਬਹੁਤ ਹੀ ਵਧੀਆ ਸ਼ਹਿਰੀ ਨੇ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਜਾਰਜੀਆ ਰਾਜ ਦੇ ਅਟਲਾਂਟਾ ਖੇਤਰ ਦੇ ਵਿੱਚ 1,37,000 ਏਸ਼ੀਅਨ ਭਾਰਤੀ ਰਹਿੰਦੇ ਨੇ। ਉਹ ਕਾਨੂੰਨ ਦਾ ਸਨਮਾਨ ਕਰਦੇ ਨੇ ਤੇ ਉਹਨਾਂ ਨੇ ਕਦੇ ਵੀ ਕੋਈ ਸਮੱਸਿਆ ਪੈਦਾ ਨਹੀਂ ਕੀਤੀ। ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਕੈਨੇਡਾ ਦਾ ਵੀਜ਼ਾ ਤੇ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਕੇ ਫੈਸਲੇ ਦੀ ਉਡੀਕ ਕਰ ਰਹੇ 21 ਲੱਖ ਦੇ ਕਰੀਬ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਜਾਣਕਾਰੀ ਦੇ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਦੇ ਵੱਲੋਂ ਅਰਜ਼ੀਆਂ ਦਾ ਨਿਪਟਾਰਾ ਤੇਜ਼ ਕਰਨ ਦੀ ਨੀਤੀ ਤਹਿਤ ਬੀਤੇ ਸਮੇਂ ਤੋਂ 31 ਦਸੰਬਰ 2022 ਤੱਕ ਵੱਡੀ ਗਿਣਤੀ ਦੇ ਵਿੱਚ ਪ੍ਰਾਪਤ ਹੋਈਆਂ ਅਰਜ਼ੀਆਂ ਉੱਪਰ ਬਿਨਾਂ ਕਿਸੇ ਖਾਸ ਸ਼ਰਤ ਤੋਂ ਫੈਸਲਾ ਲਿਆ ਜਾਏਗਾ, ਜਿਸ ਬਾਰੇ ਬਕਾਇਦਾ ਐਲਾਨ ਅਗਲੇ ਦਿਨ ਦੌਰਾਨ ਹੋਣ ਦੀ ਸੰਭਾਵਨਾ ਹੈ। ਕੈਨੇਡਾ ਦੇ ਵਿੱਚ ਸੈਲਾਨੀ ਜਾਂ ਰਿਸ਼ਤੇਦਾਰ ਪਰਿਵਾਰਾਂ ਨੂੰ ਮਿਲਣ ਜਾਣ ਦੇ ਵੀਜ਼ਾ ਦੀ ਇਸ ਸਮੇਂ ਲਗਭਗ 5 ਲੱਖ ਲੋਕਾਂ ਨੇ ਅਪਲਾਈ ਕੀਤਾ ਹੋਇਆ, ਜਿਨ੍ਹਾਂ ਚੋਂ ਤਕਰੀਬਨ 2 ਲੱਖ ਅਰਜ਼ੀਆਂ ਦਾ ਨਿਬੇੜਾ ਫੈਬਰਵਰੀ ਦੌਰਾਨ ਕੀਤੇ ਜਾਣ ਦਾ ਅਨੁਮਾਨ ਹੈ। ਪਤਾ ਲੱਗਾ ਹੈ ਕਿ ਇਹਨਾਂ ਲੋਕਾਂ ਨੂੰ ਹੁਣ ਇਹ ਨਹੀਂ ਪੁੱਛਿਆ ਜਾਏਗਾ ਕਿ ਉਹ ਕੈਨੇਡਾ ਜਾ ਕੇ ਵਾਪਸ ਕਦੋਂ ਮੁੜਨਗੇ, ਅਤੇ ਨਾ ਹੀ ਉਹਨਾਂ ਨੂੰ ਇਹ ਸਾਬਤ ਕਰਨ ਦੀ ਲੋੜ ਹੋਏਗੀ ਕਿ ਉਹ ਕੈਨੇਡਾ ਜਾ ਕੇ ਆਪਣੀ ਠਹਿਰ ਦੇ ਦੌਰਾਨ ਆਪਣੇ ਖਰਚੇ ਕਿਵੇਂ ਚਲਾਉਣਗੇ। ਇਹ ਵੀ ਪਤਾ ਲੱਗਿਆ ਹੈ ਕਿ ਕੈਨੇਡਾ ਵਾਸਤੇ ਅਧਿਕਾਰੀਆਂ ਨੂੰ ਵਿਦੇਸ਼ਾਂ ਤੋਂ ਸਭ ਤੋਂ ਵੱਧ ਗਿਣਤੀ ਦੇ ਵਿੱਚ ਆਰਜ਼ੀ ਅਰਜ਼ੀਆਂ, ਵੀਜ਼ਾ, ਸਟੱਡੀ ਪਰਮਿਟ ਅਤੇ ਵਰਕ ਪਰਮਿਟ ਦੀਆਂ ਪ੍ਰਾਪਤ ਹੁੰਦੀਆਂ ਨੇ, ਅਤੇ ਇਸ ਵਰਗ ਦੇ ਵਿੱਚ ਹਾਲ ਦੀ ਘੜੀ 13 ਲੱਖ ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਹੋਇਆ ਹੈ। ਅੰਮ੍ਰਿਤਸਰ ਹਵਾਈ ਅੱਡੇ ਤੇ ਇੱਕ ਜਹਾਜ਼ 35 ਯਾਤਰੀਆਂ ਨੂੰ 에ਅਰਪੋਰਟ ਤੇ ਹੀ ਛੱਡ ਕੇ ਉੱਡ ਗਿਆ, ਜਿਸ ਤੋਂ ਬਾਅਦ 에ਅਰਪੋਰਟ ਤੇ ਯਾਤਰੀਆਂ ਨੇ ਹੰਗਾਮਾ ਮਚਾ ਦਿੱਤਾ। ਇਹ ਮਾਮਲਾ ਕੇਵਲ ਇਹ ਨਹੀਂ ਦੱਸ ਦਈਏ ਕਿ ਹਾਸਲ ਜਾਣਕਾਰੀ ਦੇ ਮੁਤਾਬਕ ਇਸ ਜਹਾਜ਼ ਨੇ ਆਪਣੇ ਨਿਰਧਾਰਤ ਸਮੇਂ ਤੋਂ 1 ਜਾਂ 2 ਘੰਟੇ ਪਹਿਲਾਂ ਨਹੀਂ, ਸਗੋਂ 5 ਘੰਟੇ ਪਹਿਲਾਂ ਉਡਾਣ ਭਰ ਲਈ। ਹਾਲਾਂਕਿ 에ਅਰਲਾਈਨਸ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ। 에ਅਰਲਾਈਨਸ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਪਹਿਲਾਂ ਹੀ ਈਮੇਲ ਭੇਜ ਕੇ ਫਲਾਈਟ ਦੇ ਸ਼ੈਡਿਊਲ 'ਚ ਬਦਲਾਅ ਦੀ ਜਾਣਕਾਰੀ ਦਿੱਤੀ ਗਈ ਸੀ। ਪਿਛਲੇ 2 ਹਫ਼ਤਿਆਂ ਵਿੱਚ ਕਿਸੇ ਭਾਰਤੀ ਹਵਾਈ ਅੱਡੇ ਤੇ ਯਾਤਰੀਆਂ ਨੂੰ ਛੱਡਣ ਦਾ ਇਹ ਦੂਸਰਾ ਮਾਮਲਾ ਹੈ। ਇਸ ਤੋਂ ਪਹਿਲਾਂ ਗੋ ਫਸਟ ਦੀ 에ਅਰਲਾਈਨ ਨੇ ਵੀ ਯਾਤਰੀਆਂ ਨੂੰ ਬੈਂਗਲੁਰੂ ਹਵਾਈ ਅੱਡੇ ਤੇ ਛੱਡ ਦਿੱਤਾ ਸੀ। ਡੋਨਾਲਡ ਟਰੰਪ ਦੀ ਸਾਬਕਾ ਪਤਨੀ ਇਵਾਨਾ ਟਰੰਪ ਨੇ ਆਪਣੇ ਬੱਚਿਆਂ ਦੇ ਲਈ $34 ਮਿਲੀਅਨ ਦੀ ਜਾਇਦਾਦ ਛੱਡੀ ਹੈ। ਇਵਾਨਾ ਟਰੰਪ ਦੀ ਪਿਛਲੇ ਸਾਲ ਜੁਲਾਈ ਦੇ ਵਿੱਚ ਮੌਤ ਹੋ ਗਈ ਸੀ। ਹੁਣ ਉਸ ਦੀ ਜਾਇਦਾਦ 3 ਬੱਚਿਆਂ ਵਿੱਚ ਵੰਡ ਦਿੱਤੀ ਜਾਏਗੀ। ਇਵਾਨਾ ਨੇ ਆਪਣੇ ਸਾਬਕਾ ਪਤੀ ਡੋਨਾਲਡ ਟਰੰਪ ਦੇ ਲਈ 1 ਪੈਸਾ ਵੀ ਨਹੀਂ ਬਚਾਇਆ। ਹਾਲਾਂਕਿ ਇਸ ਤੋਂ ਇਲਾਵਾ ਇਵਾਨਾ ਦੀ ਜਾਇਦਾਦ ਦਾ ਇੱਕ ਹੋਰ ਲਾਭਪਾਤਰੀ ਹੈ, ਜਿਸ ਬਾਰੇ ਸਭ ਤੋਂ ਵੱਧ ਗੱਲ ਕੀਤੀ ਜਾ ਰਹੀ ਹੈ। ਰਿਪੋਰਟ ਦੇ ਮੁਤਾਬਕ ਮੌਤ ਤੋਂ ਬਾਅਦ ਇਵਾਨਾ ਟਰੰਪ ਨੇ ਆਪਣੀ ਜਾਇਦਾਦ ਦਾ ਕੁਝ ਹਿੱਸਾ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਨੈਨੀ ਦੇ ਲਈ ਵੀ ਛੱਡ ਦਿੱਤਾ ਹੈ। ਇਵਾਨਾ ਟਰੰਪ ਦੀ ਜਾਇਦਾਦ ਦੇ ਦਾਅਵੇਦਾਰਾਂ ਦੇ ਵਿੱਚ ਟਰੰਪ ਦੇ ਬੱਚਿਆਂ ਤੋਂ ਬਾਹਰ ਸਭ ਤੋਂ ਵੱਡੀ ਲਾਭਪਾਤਰੀ ਨੈਨੀ ਡੌਥੀ ਹੈ। ਨੈਨੀ ਨੇ ਕਈ ਦਹਾਕਿਆਂ ਤੱਕ ਇਵਾਨਾ ਦੇ ਲਈ ਕੰਮ ਕੀਤਾ। ਫੋਰਬਸ ਦੀ ਰਿਪੋਰਟ ਦੇ ਮੁਤਾਬਕ ਇਵਾਨਾ ਨੇ ਨੈਨੀ ਡੌਥੀ ਦੇ ਲਈ ਇੱਕ ਅਪਾਰਟਮੈਂਟ ਛੱਡਿਆ। ਅਪਾਰਟਮੈਂਟ ਫਲੋਰੀਡਾ 'ਚ ਸਥਿਤ ਹੈ। ਇਸ ਦੀ ਅਨੁਮਾਨਿਤ ਕੀਮਤ $1 ਮਿਲੀਅਨ ਅਮਰੀਕੀ ਤੋਂ ਵੱਧ ਦੱਸੀ ਜਾਂਦੀ ਹੈ। ਅਮਰੀਕਾ ਦੇ ਟੈਕਸਾਸ ਸੂਬੇ ਦੇ ਜ਼ੋਕਮ ਸ਼ਹਿਰ ਦੇ ਹਵਾਈ ਅੱਡੇ ਤੇ ਮੰਗਲਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ,
ਜਿਸ ਕਾਰਨ ਟੈਨੇਸੀ ਚਰਚ ਦੇ 4 ਮੈਂਬਰਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਪ੍ਰਮੁੱਖ ਪਾਦਰੀ ਜ਼ਖਮੀ ਹੋ ਗਿਆ। ਅਧਿਕਾਰੀਆਂ ਅਤੇ ਚਰਚ ਨੇ ਇਹ ਜਾਣਕਾਰੀ ਦਿੱਤੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਸਿੰਗਲ ਇੰਜਣ ਵਾਲਾ ਪਾਈਪਰ PA-46 ਜਹਾਜ਼ ਜ਼ੋਕਮ ਵਿੱਚ ਸਥਿਤ ਇੱਕ ਹਵਾਈ ਅੱਡੇ ਦੇ ਦੱਖਣ ਵਿੱਚ ਇੱਕ ਖੁੱਲੇ ਮੈਦਾਨ 'ਚ ਕਰੈਸ਼ ਹੋ ਗਿਆ। ਲਗਭਗ 6000 ਲੋਕਾਂ ਦੀ ਆਬਾਦੀ ਵਾਲਾ ਇਹ ਇੱਕ ਛੋਟਾ ਜਿਹਾ ਸ਼ਹਿਰ ਹੈ। ਸੈਨ ਐਂਟੋਨੀਓ ਤੋਂ ਲਗਭਗ 160 ਕਿਲੋਮੀਟਰ ਪੂਰਬ ਦੇ ਵਿੱਚ ਸਥਿਤ ਹੈ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਸਾਰਜੈਂਟ ਰੂਬੇਨ ਸੈਨ ਨੇ ਦੱਸਿਆ ਕਿ ਜਹਾਜ਼ ਤੇ ਸਵਾਰ 5 ਲੋਕਾਂ ਚੋਂ ਇੱਕ ਜਹਾਜ਼ ਤੋਂ ਬਾਹਰ ਨਿਕਲਣ 'ਚ ਕਾਮਯਾਬ ਰਿਹਾ ਅਤੇ ਉਸ ਨੂੰ ਵਿਕਟੋਰੀਆ ਦੇ ਇੱਕ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਵਿਕਟੋਰੀਆ ਸ਼ਹਿਰ ਜ਼ੋਕਮ ਤੋਂ ਲਗਭਗ 65 ਕਿਲੋਮੀਟਰ ਦੱਖਣ ਦੇ ਵਿੱਚ ਸਥਿਤ ਹੈ। ਜਮਨ ਟਾਊਨ ਦੇ ਮੈਫਿਸ ਉਪਨਗਰ 'ਚ ਸਥਿਤ ਹਾਰਵੈਸਟ ਚਰਚ ਨੇ ਕਿਹਾ ਕਿ ਪ੍ਰੈਸਬੀਟਰ ਕੇਨਨ ਵੌਨ ਨੂੰ ਟੈਕਸਾਸ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਚਰਚ ਨੇ 4 ਪੀੜਤਾਂ ਦੀ ਪਛਾਣ ਕਾਰਜਕਾਰੀ ਉਪ ਪ੍ਰਧਾਨ ਬਿਲ ਗਾਰਡਨਰ ਅਤੇ ਚਰਚ ਦੇ ਮੈਂਬਰ ਸਟੀਵ ਟਕਰ, ਟਾਇਲਰ ਪੈਸਟਨ ਅਤੇ ਟਾਇਲਰ ਸਪਰਿੰਗਰ ਵਜੋਂ ਕੀਤੀ ਹੈ। ਹਾਰਵੈਸਟ ਚਰਚ ਨੇ ਆਪਣੀ ਅਧਿਕਾਰਤ ਵੈਬਸਾਈਟ ਤੇ ਕਿਹਾ ਹੈ ਕਿ ਸਾਰੇ ਹਾਰਵੈਸਟ ਚਰਚ ਦੇ ਪਿਆਰੇ ਮੈਂਬਰ ਸਨ ਅਤੇ ਅਸੀਂ ਉਹਨਾਂ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਸੈਂਕੜੇ ਬੱਚਿਆਂ ਦੀਆਂ ਅਣਪਛਾਤੀਆਂ ਕਬਰਾਂ ਮਿਲਣ ਦੀ ਘਟਨਾ ਨੇ ਉਸ ਵੇਲੇ ਦੀਆਂ ਕੌੜੀਆਂ ਯਾਦਾਂ ਚੇਤੇ ਕਰਵਾ ਦਿੱਤੀਆਂ ਜਦੋਂ ਰਿਹਾਇਸ਼ੀ ਸਕੂਲਾਂ ਦੇ ਵਿੱਚ ਮੂਲ ਬਾਸ਼ਿੰਦਿਆਂ ਦੇ ਬੱਚਿਆਂ ਤੇ ਜ਼ੁਲਮ ਢਾਇਆ ਜਾਂਦਾ ਸੀ। ਓਨਟਾਰੀਓ ਦੇ ਖੈਨੋਰਾ ਇਲਾਕੇ ਵਿੱਚ ਬੰਦ ਹੋ ਚੁੱਕੇ ਸੈਂਟ ਮੈਰੀ ਰੈਜ਼ੀਡੈਂਸ਼ੀਅਲ ਨਾਲ ਸੰਬੰਧਿਤ ਕਬਰਿਸਤਾਨ ਦੇ ਵਿੱਚ ਬੱਚਿਆਂ ਦੇ ਦਫਨ ਹੋਣ ਬਾਰੇ ਜਾਣਕਾਰੀ ਸਥਾਨਕ ਕਬੀਲੇ ਵੱਲੋਂ ਜਨਤਕ ਕੀਤੀ ਗਈ ਹੈ। ਅਮਰੀਕਾ ਦੇ ਪੱਛਮੀ ਅਲਾਸਕਾ ਦੇ ਇੱਕ ਦੂਰ ਦੁਰਾਡੇ ਪਿੰਡ ਵਿੱਚ ਇੱਕ ਧਰੁਵੀ ਭਾਲੂ ਨੇ ਹਮਲਾ ਕਰਕੇ 2 ਲੋਕਾਂ ਨੂੰ ਮਾਰ ਦਿੱਤਾ। ਅਲਾਸਕਾ ਸੂਬੇ ਦੇ ਸੁਰੱਖਿਆ ਬਲਾਂ ਨੇ ਇਹ ਜਾਣਕਾਰੀ ਦਿੱਤੀ। ਅਲਾਸਕਾ ਦੇ ਸੁਰੱਖਿਆ ਬਲਾਂ ਨੇ ਕਿਹਾ ਕਿ ਉਹਨਾਂ ਨੂੰ ਮੰਗਲਵਾਰ ਦੁਪਹਿਰ 2:30 ਵਜੇ ਭਾਲੂ ਦੇ ਹਮਲੇ ਬਾਰੇ ਜਾਣਕਾਰੀ ਮਿਲੀ। ਵੇਲਸ ਦੇ ਸਿਬਾਰਡ ਪ੍ਰਾਇਦੀਪ ਦੇ ਵਿੱਚ ਭਾਲੂ ਨੇ ਇਹ ਹਮਲਾ ਕੀਤਾ। ਸੁਰੱਖਿਆ ਬਲਾਂ ਦੇ ਅਨੁਸਾਰ ਸ਼ੁਰੂਆਤੀ ਖਬਰਾਂ ਤੋਂ ਪਤਾ ਚੱਲਦਾ ਹੈ ਕਿ ਇੱਕ ਧਰੁਵੀ ਭਾਲੂ ਰਿਹਾਇਸ਼ੀ ਖੇਤਰ ਦੇ ਵਿੱਚ ਦਾਖਲ ਹੋਇਆ ਅਤੇ ਕਈ ਲੋਕਾਂ ਤੇ ਹਮਲਾ ਕੀਤਾ। ਭਾਲੂ ਦੇ ਹਮਲੇ ਦੇ ਵਿੱਚ ਇੱਕ ਲੜਕੀ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇੱਕ ਸਥਾਨਕ ਵਿਅਕਤੀ ਨੇ ਭਾਲੂ ਨੂੰ ਗੋਲੀ ਮਾਰ ਦਿੱਤੀ। ਅਮਰੀਕਾ ਦੇ ਇੱਕ ਸੰਸਦ ਮੈਂਬਰ ਨੇ ਪਾਕਿਸਤਾਨ ਨੂੰ ਇੱਕ ਵੱਡੇ ਗੈਰ ਨਾਟੋ ਸਹਿਯੋਗੀ ਵਜੋਂ ਮਾਨਤਾ ਰੱਦ ਕਰਨ ਦੇ ਲਈ ਅਮਰੀਕੀ ਪ੍ਰਤੀਨਿਧਤ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ, ਜਿਸ ਦੇ ਵਿੱਚ ਇਸਲਾਮਾਬਾਦ ਨੂੰ ਕੁਝ ਸ਼ਰਤਾਂ ਦੇ ਨਾਲ ਅਮਰੀਕੀ ਰਾਸ਼ਟਰਪਤੀ ਤੋਂ ਸਾਲਾਨਾ ਪ੍ਰਮਾਣ ਪੱਤਰ ਲੈਣ ਦੀ ਲੋੜ ਦੀ ਵਿਵਸਥਾ ਹੈ। ਅਰੀਜ਼ੋਨਾ ਦੇ 5ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸਮੈਨ ਐਂਡੀ ਨੇ ਬਿੱਲ ਪੇਸ਼ ਕੀਤਾ। ਅਮਰੀਕੀ ਰਾਸ਼ਟਰਪਤੀ ਦੇ ਦੁਆਰਾ ਕਾਨੂੰਨ 'ਚ ਦਸਤਖਤ ਕੀਤੇ ਜਾਣ ਤੋਂ ਪਹਿਲਾਂ ਇਸ ਨੂੰ ਪ੍ਰਤੀਨਿਧਤ ਸਦਨ ਤੇ ਸੈਨੇਟ ਦੁਆਰਾ ਪਾਸ ਕੀਤਾ ਜਾਣਾ ਚਾਹੀਦਾ ਹੈ ਤੇ ਲੋੜੀਂਦੇ ਕਾਰਵਾਈ ਦੇ ਲਈ ਪ੍ਰਤੀਨਿਧਤ ਸਦਨ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਨੂੰ ਭੇਜਿਆ ਜਾਣਾ ਚਾਹੀਦਾ ਹੈ। ਆਮ ਤੌਰ ਤੇ ਅਜਿਹੇ ਬਿੱਲ ਪਾਸ ਹੋਣ ਵਿੱਚ ਅਸਫਲ ਰਹਿੰਦੇ ਨੇ, ਪਰ ਮੌਜੂਦਾ ਬਿੱਲ ਪਾਕਿਸਤਾਨ ਵਿਰੁੱਧ ਸੰਸਦ ਮੈਂਬਰ ਦੀਆਂ ਭਾਵਨਾਵਾਂ ਨੂੰ ਦਰਸਾਉਂਦੇ ਨੇ, ਜੋ ਅੱਤਵਾਦ ਨੂੰ ਪਨਾਹ ਦੇਣ ਤੇ ਇਸ ਨੂੰ ਰਾਜ ਦੀ ਨੀਤੀ ਵਜੋਂ ਵਰਤਣ ਦੇ ਲਈ ਜਾਣਿਆ ਜਾਂਦਾ ਹੈ। ਇੱਕ ਮੁੱਖ ਗੈਰ ਨਾਟੋ ਸਹਿਯੋਗੀ ਵਜੋਂ ਪਾਕਿਸਤਾਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਬਿੱਲ 'ਚ ਅਮਰੀਕੀ ਰਾਸ਼ਟਰਪਤੀ ਨੂੰ ਇੱਕ ਪ੍ਰਮਾਣ ਪੱਤਰ ਜਾਰੀ ਕਰਨ ਦੀ ਲੋੜ ਹੈ ਕਿ ਪਾਕਿਸਤਾਨ ਨੇ ਹੱਕਾਨੀ ਨੈਟਵਰਕ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੇ ਉਹਨਾਂ ਤੇ ਮੁਕੱਦਮਾ ਚਲਾਉਣ 'ਚ ਅਸਫਲਤਾ ਦਿਖਾਈ ਹੈ। ਇਸ ਨੇ ਆਪਣੀ ਵਚਨਬੱਧਤਾ ਨੂੰ ਦਰਸਾਉਣ ਦੇ ਲਈ ਕਦਮ ਚੁੱਕੇ ਨੇ ਤਾਂ ਜੋ ਹੱਕਾਨੀ ਨੈਟਵਰਕ ਨੂੰ ਕਿਸੇ ਵੀ ਪਾਕਿਸਤਾਨੀ ਖੇਤਰ ਨੂੰ ਪਨਾਹਗਾਹ ਵਜੋਂ ਵਰਤਣ ਤੋਂ ਰੋਕਿਆ ਜਾਏ। ਦੋਵਾਂ ਸਥਿਤੀਆਂ ਨੂੰ ਪਾਕਿਸਤਾਨ ਦੇ ਲਈ ਇੱਕ ਵੱਡੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ, ਕਿਉਂਕਿ ਅਮਰੀਕਾ 'ਚ ਬਹੁਤ ਸਾਰੇ ਹੱਕਾਨੀ ਨੈਟਵਰਕ ਨੂੰ ISI ਦੀ ਇੱਕ ਮਹੱਤਵਪੂਰਨ ਸ਼ਾਖਾ ਮੰਨਦੇ ਨੇ। ਬਿੱਲ ਵਿੱਚ ਅਮਰੀਕੀ ਰਾਸ਼ਟਰਪਤੀ ਤੋਂ ਇਹ ਪ੍ਰਮਾਣੀਕਰਨ ਵੀ ਮੰਗਿਆ ਗਿਆ ਹੈ ਕਿ ਪਾਕਿਸਤਾਨ ਪਾਕਿਸਤਾਨ ਸਰਹੱਦ ਨੇੜੇ ਹੱਕਾਨੀ ਨੈਟਵਰਕ ਵਰਗੇ ਸੰਗਠਨਾਂ ਦੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਦੇ ਲਈ ਅਫਗਾਨਿਸਤਾਨ ਦੇ ਨਾਲ ਸਰਗਰਮੀ ਦੇ ਨਾਲ ਤਾਲਮੇਲ ਕਰਦਾ ਹੈ। ਭਾਰਤੀ ਮੂਲ ਦੇ ਅਮਰੀਕੀ ਕ੍ਰਿਸਚਨਾਂ ਨੂੰ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੇ ਵਿੱਚ ਮਹੱਤਵਪੂਰਨ ਯੋਗਦਾਨ ਦੇ ਲਈ MLK ਗ੍ਰਾਂਡੇ ਪਰੇਡ ਵਿਸ਼ੇਸ਼ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਲੰਬੇ ਸਮੇਂ ਤੋਂ ਹਿਊਸਟਨ ਦੇ ਵਿੱਚ ਰਹਿ ਰਹੇ ਅਤੇ ਫਾਊਂਡਰ ਆਫ ਇੰਡੀਆ ਸਟੱਡੀਜ਼ ਦੇ ਸੰਸਥਾਪਕ ਅਤੇ ਪ੍ਰਧਾਨ ਕ੍ਰਿਸ਼ਨਾ ਨੇ ਅਤੀਤ ਵਿੱਚ ਕਈ MLK ਗ੍ਰੇਡ ਪਰੇਡ ਅਗਵਾਈ ਕੀਤੀ ਹੈ। ਇਸ ਪਰੇਡ ਦਾ ਉਦੇਸ਼ ਅਹਿੰਸਾ ਦੇ ਸਿਧਾਂਤਾਂ ਨੂੰ ਉਤਸ਼ਾਹ ਕਰਦੇ ਹੋਏ ਭਾਰਤੀ ਭਾਈਚਾਰੇ ਨੂੰ ਗੈਰ ਗੋਰੇ ਭਾਈਚਾਰੇ ਦੇ ਕਰੀਬ ਲਿਆਉਣਾ ਹੈ। ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਯੂਨੀਅਨ ਦੋਵੇਂ ਅਹਿੰਸਾ ਦੇ ਸਿਧਾਂਤਾਂ ਵਿੱਚ ਯਕੀਨ ਰੱਖਦੇ ਨੇ। ਨਾਗਰਿਕ ਅਧਿਕਾਰਾਂ ਦੇ ਪੈਰੋਕਾਰ ਮਾਰਟਿਨ ਲੂਥਰ ਕਿੰਗ ਯੂਨੀਅਨ ਦੀ ਯਾਦ ਵਿੱਚ ਪਰੇਡ ਦਾ ਆਯੋਜਨ ਕੀਤਾ ਗਿਆ। MLK ਯੂਨੀਅਨ ਪਰੇਡ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚਾਰਲਸ ਸਟੈਂਪ ਨੇ
ਐਤਵਾਰ ਨੂੰ ਉਹਨਾਂ ਨੂੰ ਪੁਰਸਕਾਰ ਤਹਿਤ ਇੱਕ ਟਰਾਫੀ ਅਤੇ ਇੱਕ ਤਖਤੀ ਦੇ ਕੇ ਸਨਮਾਨਿਤ ਕੀਤਾ। ਸਟੈਂਪ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੋਵਾਂ ਦੇ ਸੰਦੇਸ਼ ਨੂੰ ਫੈਲਾਉਣ ਦੇ ਲਈ ਉਹਨਾਂ ਦੇ ਸਮਰਥਨ ਦੀ ਸ਼ਲਾਘਾ ਕੀਤੀ, ਜੋ ਵੱਖ-ਵੱਖ ਮਹਾਂਦੀਪਾਂ ਤੋਂ ਹੋਣ ਦੇ ਬਾਵਜੂਦ ਇੱਕ ਹੀ ਦ੍ਰਿਸ਼ਟੀ ਸਾਂਝੀ ਕਰਦੇ ਸਨ ਅਤੇ ਇੱਕ ਹੀ ਮਾਰਗ ਦਾ ਅਨੁਸਰਨ ਕਰਦੇ ਸਨ। ਸਾਲ 2023 ਦੀ ਸ਼ੁਰੂਆਤ ਹੁੰਦੇ ਹੀ ਈ-ਕਮਰਸ ਕੰਪਨੀ Amazon ਨੇ ਐਲਾਨ ਕੀਤਾ ਸੀਗਾ ਕਿ ਕੰਪਨੀ 18,000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਜਾ ਰਹੀ ਹੈ ਅਤੇ ਹੁਣ ਖਬਰ ਆ ਰਹੀਆਂ ਨੇ ਕਿ Amazon ਕੰਪਨੀ ਦੇ ਵੌਨ ਐਕਟ ਦੇ ਤਹਿਤ ਕਰੀਬ 2300 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇੱਕ ਚੇਤਾਵਨੀ ਨੋਟਿਸ ਪ੍ਰਾਪਤ ਕੀਤਾ। ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਤੋਂ ਇਲਾਵਾ ਕੋਸਟਾ ਰੀਕਾ ਤੇ ਕੈਨੇਡਾ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਾਰ ਝੱਲਣੀ ਪੈ ਰਹੀ ਹੈ। ਜਿਵੇਂ ਕਿ ਕੰਪਨੀ ਦੇ CEO ਐਂਡੀ ਜੱਸੀ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀਗਾ ਕਿ 18,000 ਤੋਂ ਵੱਧ ਕਰਮਚਾਰੀਆਂ ਦੀ ਨੌਕਰੀ ਬਕਾਇਆ ਵਿੱਚ ਲਟਕ ਰਹੀ ਹੈ। ਇਸ ਦਾ ਅਸਰ ਜਨਵਰੀ 2023 ਦੇ ਪਹਿਲੇ ਹਫ਼ਤੇ 'ਚ ਦੇਖਣ ਨੂੰ ਮਿਲਿਆ, ਜਦੋਂ ਕੰਪਨੀ ਨੇ ਕਰਮਚਾਰੀਆਂ ਦੀ ਗਿਣਤੀ 'ਚ 2% ਦੀ ਕਟੌਤੀ ਕਰ ਦਿੱਤੀ ਅਤੇ ਲਗਭਗ 8,000 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ। ਜਿਵੇਂ ਕਿ ਕੰਪਨੀ ਦੇ CEO ਪਹਿਲਾਂ ਹੀ ਸੰਕੇਤ ਦੇ ਚੁੱਕੇ ਨੇ ਕਿ 18,000 ਲੋਕ ਆਪਣੀਆਂ ਨੌਕਰੀਆਂ ਗਵਾ ਦੇਣਗੇ। ਜਨਵਰੀ ਦੇ ਪਹਿਲੇ ਹਫ਼ਤੇ 8,000 ਕਰਮਚਾਰੀਆਂ ਦੀ ਛਾਂਟੀ ਤੋਂ ਬਾਅਦ ਵੀ ਛਾਂਟੀ ਦੀ ਲਹਿਰ ਜਾਰੀ ਹੈ। ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੰਪਨੀ 'ਚ ਕੰਮ ਕਰਦੇ ਹੋਰ ਲੋਕਾਂ ਦੀ ਨੌਕਰੀ ਜਾ ਸਕਦੀ ਹੈ। ਦੁਨੀਆ ਭਰ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਇੱਕ ਕਰਕੇ ਛਾਂਟੀ ਵਰਗੇ ਵੱਡੇ ਫੈਸਲੇ ਲੈ ਰਹੀਆਂ ਨੇ। ਯਾਦ ਹੀ ਰਹੇ ਕਿ ਹਾਲ ਹੀ ਦੇ ਵਿੱਚ ਮਾਈਕਰੋਸਾਫਟ ਨੇ ਵੀ ਲਗਭਗ 11,000 ਲੋਕਾਂ ਨੂੰ ਕੰਪਨੀ ਤੋਂ ਕੱਢਣ ਦਾ ਫੈਸਲਾ ਕੀਤਾ। ਮਾਈਕਰੋਸਾਫਟ ਵਿੱਚ ਇਸ ਛਾਂਟੀ ਦਾ ਅਸਰ ਕੰਪਨੀ ਦੇ ਇੰਜੀਨੀਅਰਿੰਗ ਵਿਭਾਗ ਉੱਤੇ ਪਏਗਾ, ਜਿਸ ਦਾ ਮਤਲਬ ਹੈ ਕਿ ਕੰਪਨੀ ਦੇ ਇਸ ਵਿਭਾਗ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਛਾਂਟੀ ਤੋਂ ਪ੍ਰਭਾਵਿਤ ਹੋਣਗੇ। ਦੱਸਦੇ ਕਿ ਮਾਈਕਰੋਸਾਫਟ ਨੇ ਕੋਵਿਡ ਦੌਰਾਨ 36% ਲੋਕਾਂ ਨੂੰ ਨੌਕਰੀ ਤੇ ਰੱਖਿਆ ਸੀ ਅਤੇ ਹੁਣ ਕੰਪਨੀ ਨੇ ਕੇਵਲ 5% ਕਰਮਚਾਰੀਆਂ ਦੀ ਛਾਂਟੀ ਕਰਨ ਦਾ ਵੱਡਾ ਫੈਸਲਾ ਲਿਆ। ਪਰ ਇਸ ਦੇ ਨਾਲ ਹੀ ਕੰਪਨੀ ਦੇ CEO ਸਤਿਆ ਨਡੇਲਾ ਨੇ ਇਹ ਵੀ ਯਕੀਨੀ ਬਣਾਇਆ ਸੀਗਾ ਕਿ ਕੰਪਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਡਿਵੀਜ਼ਨ 'ਚ ਲੋਕਾਂ ਨੂੰ ਨੌਕਰੀ ਤੇ ਰੱਖੇਗੀ। ਦੁਨੀਆ ਵਿੱਚ ਆਏ ਦਿਨ ਰਿਕਾਰਡ ਬਣਦੇ ਰਹਿੰਦੇ ਨੇ। ਜਾਣਕਾਰੀ ਦੇ ਮੁਤਾਬਕ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ 6 ਘੰਟੇ ਦੀ ਰਿਕਾਰਡ ਉਡਾਣ ਭਰੀ। ਇਸ ਜਹਾਜ਼ ਦਾ ਆਕਾਰ 383 ਫੁੱਟ ਹੈ, ਜੋ ਕਿ ਫੁੱਟਬਾਲ ਦੇ ਮੈਦਾਨ ਤੋਂ ਵੀ ਵੱਡਾ ਹੈ। ਇਸ ਜਹਾਜ਼ ਨੇ ਕੈਲੀਫੋਰਨੀਆ ਦੇ ਮੋਜ਼ਾਵੇ ਰੇਗਿਸਤਾਨ ਵਿੱਚ ਉਡਾਣ ਭਰੀ। ਇਸ ਜਹਾਜ਼ ਨੂੰ ਸਟ੍ਰੈਟੋ ਲਾਂਚ ROC ਕੈਰੀਅਰ ਪਲਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਨੇ ਸ਼ੁੱਕਰਵਾਰ ਨੂੰ ਆਪਣੀ ਦੂਜੀ ਟੈਸਟ ਉਡਾਣ ਭਰੀ। ਇਸ ਦੌਰਾਨ ਟੈਲਨ A ਟੈਸਟ ਗੱਡੀ ਵੀ ਉਸ ਨੇ ਨਾਲ ਗਈ। ਟੈਲੋ ਨੇ ਇੱਕ 28 ਫੁੱਟ ਲੰਬਾ ਮੁੜ ਵਰਤੋਂਯੋਗ ਟੈਸਟ ਏਅਰਕ੍ਰਾਫਟ ਹੈ, ਜੋ ਪੇਲੋਡ ਨੂੰ ਹਾਈਪਰਸੋਨਿਕ ਸਪੀਡ ਦੇ ਨਾਲ ਲਿਜਾਣ ਦੇ ਵਿੱਚ ਸਮਰੱਥ ਹੈ। ਸ਼ੁੱਕਰਵਾਰ ਦੀ ਫਲਾਈਟ ਦਾ ਇਰਾਦਾ ਟੈਸਟ ਵਾਹਨ ਦੇ ਵੱਖ ਹੋਣ ਵਾਤਾਵਰਣ ਨੂੰ ਪਰਖਣ ਦੇ ਲਈ ਸੀ। ਇਸ ਜਹਾਜ਼ ਦੀ ਉਡਾਣ ਪਹਿਲੀ ਵਾਰ ਮੁਲਾਵੇ ਖੇਤਰ ਵਿੱਚ ਆਯੋਜਿਤ ਕੀਤੀ ਗਈ। ਕੰਪਨੀ ਦੇ CEO ਅਤੇ ਪ੍ਰੈਜ਼ੀਡੈਂਟ ਜ਼ੈਕਰੀ ਕਰਾਵਰ ਨੇ ਇੱਕ ਬਿਆਨ 'ਚ ਕਿਹਾ ਕਿ ਸਾਡੀ ਸ਼ਾਨਦਾਰ ਟੀਮ ਸਾਡੀ ਟੈਸਟਿੰਗ ਡੈਡਲਾਈਨ ਵੱਲ ਲਗਾਤਾਰ ਤਰੱਕੀ ਕਰ ਰਹੀ ਹੈ। ਜ਼ੈਕਰੀ ਨੇ ਕਿਹਾ ਕਿ ਸਾਡੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਅਸੀਂ ਸੁਰੱਖਿਅਤ ਢੰਗ ਦੇ ਨਾਲ ਵਹੀਕਲ ਨੂੰ ਵੱਖ ਕਰਨ ਅਤੇ ਹਾਈਪਰਸੋਨਿਕ ਫਲਾਈਟ ਟੈਸਟ ਦੀ ਦਿਸ਼ਾ ਵਿੱਚ ਬਹੁਤ ਨੇੜੇ ਹੈ, ਜੋ ਕਿ ਪਹਿਲਾ ਹੈ। ਟੈਲੌਨ ਇੱਕ ਰਾਕੇਟ ਸੰਚਾਲਿਤ ਟੈਲੌਨ ਵਾਹਨ ਹੈ ਜੋ ਸਟ੍ਰੈਟਲੌਚ ਦੁਆਰਾ ਵਿਕਸਿਤ ਕੀਤਾ ਗਿਆ। ਇਹ ਮੈਕ 6 ਜਾਂ ਆਵਾਜ਼ ਦੀ 6 ਗੁਣਾ ਰਫ਼ਤਾਰ ਤੋਂ ਉੱਡ ਸਕਦਾ ਹੈ। ਹੁਣ ਇਹ ਕੰਪਨੀ ਦਸੰਬਰ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਟੈਲੌਨ ਪ੍ਰੋਟੋਟਾਈਪ ਦਾ ਟੈਸਟ ਕਰਨ ਜਾ ਰਹੀ ਹੈ। ਜੇਕਰ ਇਹ ਸਫਲ ਹੁੰਦਾ ਹੈ ਤਾਂ ਇਹ ਆਪਣਾ ਪਹਿਲਾ ਹਾਈਪਰਸੋਨਿਕ ਟੈਸਟ ਵਾਹਨ ਟੈਲੌਨ ATA-1 ਲਿਆਏਗਾ। ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ ਵਧਣ ਦੇ ਨਾਲ ਹੀ ਗੁਰਦੁਆਰਾ ਸਾਹਿਬਾਨ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜੀ ਹਾਂ, ਐਲਬਰਟਾ ਦੇ ਰੈੱਡ ਡੀਅਰ ਇਲਾਕੇ ਦੇ ਵਿੱਚ ਭਾਈਚਾਰੇ ਦੇ ਵੱਲੋਂ ਇੱਕ ਬੰਦ ਹੋ ਚੁੱਕੀ ਚਰਚ ਦੀ ਇਮਾਰਤ ਨੂੰ ਗੁਰੂ ਘਰ ਦੇ ਵਿੱਚ ਤਬਦੀਲ ਕਰਦਿਆਂ ਹਾਲ ਹੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸਲਾਹਕਾਰ ਫਰਮ ਮੈਕਿੰਜ਼ੀ ਨੂੰ ਇੱਕ ਮਗਰੋਂ ਇੱਕ 23 ਠੇਕੇ ਅਲਾਟ ਕਰਨ ਅਤੇ ਫਿਰ ਇਹਨਾਂ ਦੀ ਕੀਮਤ ਘਟਾ ਕੇ ਪੇਸ਼ ਕਰਨ ਦਾ ਮਸਲਾ ਕੈਨੇਡੀਅਨ ਸਿਆਸਤ ਦੇ ਵਿੱਚ ਤਰਥੱਲੀ ਮਚਾ ਸਕਦਾ ਹੈ। ਦ ਗਲੋਬਲ ਐਂਡ ਮੇਲ ਦੀ ਰਿਪੋਰਟ ਦੇ ਮੁਤਾਬਕ 2015 ਦੇ ਵਿੱਚ ਲਿਬਰਲ ਸਰਕਾਰ ਦੇ ਸੱਤਾ ਵਿੱਚ ਆਉਣ ਮਗਰੋਂ ਮੈਕਿੰਜ਼ੀ ਨੂੰ $10 ਕਰੋੜ ਤੋਂ ਵੱਧ ਮੁੱਲ ਦੇ ਠੇਕੇ ਮਿਲੇ, ਜਦਕਿ ਸਰਕਾਰੀ ਖਾਤਿਆਂ ਵਿੱਚ ਇਹਨਾਂ ਦੀ ਕੀਮਤ $6.6 ਕਰੋੜ ਦਿਖਾਈ ਗਈ। ਕੈਨੇਡਾ ਵਿੱਚ ਗੰਭੀਰ ਦੋਸ਼ਾਂ ਅਧੀਨ ਗ੍ਰਿਫਤਾਰ ਸ਼ੱਕੀਆਂ ਨੂੰ ਆਸਾਨੀ ਦੇ ਨਾਲ ਜ਼ਮਾਨਤ ਮਿਲਣ ਤੋਂ ਚਿੰਤਤ ਸੂਬਾ ਸਰਕਾਰਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯਕੀਨ ਦਿਵਾਇਆ ਹੈ ਕਿ ਫੈਡਰਲ ਸਰਕਾਰ ਇਸ ਮੁੱਦੇ ਨੂੰ ਗੌਰ ਨਾਲ ਵਿਚਾਰ ਕਰ ਰਹੀ ਹੈ। ਜਲਦੀ ਜ਼ਮਾਨਤ ਸ਼ਰਤਾਂ ਬਾਰੇ ਅਹਿਮ ਕਾਨੂੰਨ ਲਿਆਂਦਾ ਜਾ ਸਕਦਾ ਹੈ। ਸਾਸਕਾਟੂਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਇਸ ਮੁੱਦੇ ਨਾਲ ਸੰਬੰਧਿਤ ਚਿੰਤਾਵਾਂ ਅਤੇ ਚੁਣੌਤੀਆਂ ਬਾਰੇ ਉਹ ਚੰਗੀ ਤਰ੍ਹਾਂ ਜਾਣੂ ਨੇ।
ਕੈਨੇਡਾ ਵਿੱਚ ਵੱਸਦੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਹਿੰਦੂ ਫੋਬੀਆ ਨੂੰ ਮੁਲਕ ਦੇ ਮਨੁੱਖੀ ਅਧਿਕਾਰ ਕੋਡ ਦੇ ਵਿੱਚ ਵੱਖਰੇ ਤੌਰ ਤੇ ਸ਼ਾਮਲ ਕਰਵਾਉਣ ਦੇ ਲਈ ਮੁਹਿੰਮ ਆਰੰਭੀ ਗਈ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਨਾਲ ਮੁਲਾਕਾਤ ਦੇ ਦੌਰਾਨ ਭਾਈਚਾਰੇ ਦੇ ਆਗੂਆਂ ਵੱਲੋਂ ਇਹ ਮਾਮਲਾ ਉਠਾਇਆ ਗਿਆ, ਜਦਕਿ ਇਸ ਤੋਂ ਪਹਿਲਾਂ ਹਾਊਸ ਆਫ ਕਾਮਨਸ ਦੀਆਂ ਨਿਆਂ ਤੇ ਮਨੁੱਖੀ ਅਧਿਕਾਰ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਨਾਲ ਵੀ ਦਸਤਾਵੇਜ਼ ਸਾਂਝੇ ਕੀਤੇ ਜਾ ਚੁੱਕੇ ਨੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਪੰਜਾਬੀ ਟਰੱਕ ਡਰਾਈਵਰ ਵਿਸ਼ਾਲ ਪ੍ਰਸਾਦ ਤੇ ਭਾਰਤੀ ਮੂਲ ਦੀ ਔਰਤ ਸ਼ੈਰੀ ਐਨੀ ਪ੍ਰਸਾਦ ਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਵਿਸ਼ਾਲ ਸ਼ਰਮਾ ਆਪਣਾ ਟਰੱਕ ਲੈ ਕੇ ਆ ਰਿਹਾ ਸੀਗਾ ਕਿ ਕੋਕਾਹਾਲਾ ਹਾਈਵੇ ਤੇ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ। ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਇਲਾਜ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜੋ ਉਸ ਦੀ ਜਾਨ ਦੇ ਲਈ ਖਤਰਾ ਸਾਬਤ ਹੋਇਆ। ਵਿਸ਼ਾਲ ਸ਼ਰਮਾ 2018 ਦੇ ਵਿੱਚ ਵਿਦਿਆਰਥੀ ਵੀਜ਼ਾ ਤੇ ਕੈਨੇਡਾ ਗਿਆ ਸੀ। ਭਾਰਤ ਖਾਸ ਕਰਕੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਉੱਥੇ ਨੌਕਰੀ ਕਰਦੇ ਨੇ, ਪਰ ਕੁਝ ਲੋਕ ਵਿਦੇਸ਼ਾਂ ਵਿੱਚ ਰਹਿ ਕੇ ਉੱਥੋਂ ਦੇ ਕਾਨੂੰਨਾਂ ਨੂੰ ਤੋੜਦੇ ਵੀ ਨੇ ਤੇ ਸਜ਼ਾ ਵੀ ਭੁਗਤਦੇ ਨੇ। ਪਰ ਸਾਰੇ ਇਹੋ ਜਿਹੇ ਨਹੀਂ ਹੁੰਦੇ, ਪਰ ਕੁਝ ਲੋਕ ਅਜਿਹੇ ਹੁੰਦੇ ਵੀ ਨੇ। ਅਸਲ ਦੇ ਵਿੱਚ ਮਾਮਲਾ ਲੰਡਨ ਤੋਂ ਸਾਹਮਣੇ ਆਇਆ, ਜਿੱਥੇ ਬ੍ਰਿਟੇਨ ਦੀ ਇੱਕ ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਇਲਜ਼ਾਮ ਦੇ ਵਿੱਚ 25 ਸਾਲਾ ਨੌਜਵਾਨ ਤੇ, ਜੋ ਕਿ ਪੰਜਾਬੀ ਹੈ, ਉਸ ਤੇ ਜੁਰਮਾਨਾ ਲਗਾਇਆ ਅਤੇ ਉਸ ਤੇ 22 ਮਹੀਨਿਆਂ ਦੇ ਲਈ ਸੜਕ ਤੇ ਜਾਣ ਤੇ ਪਾਬੰਦੀ ਲਗਾ ਦਿੱਤੀ। ਜੀ ਹਾਂ, ਦਾ ਡਰਬੀਸ਼ਾਇਰ ਲਾਈਵ ਦੇ ਵਿੱਚ ਨਸ਼ਰ ਹੋਈ ਖਬਰ ਦੇ ਮੁਤਾਬਕ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਡਰਬੀਸ਼ਾਇਰ ਟਾਊਨ ਦੀਆਂ ਲੇਨਾਂ ਵਿੱਚ ਘੁੰਮਦੇ ਹੋਏ ਸੁਖਮਨਪ੍ਰੀਤ ਸਿੰਘ ਦੀ ਕਾਰ ਵਿੱਚੋਂ ਪੁਲਿਸ ਨੇ ਸ਼ਰਾਬ ਦੇ ਖੁੱਲੇ ਕੇਨ ਬਰਾਮਦ ਕੀਤੇ ਸਨ। ਲੰਡਨ ਦੇ ਦੱਖਣੀ ਡਰਬੀਸ਼ਾਇਰ ਮੈਜਿਸਟ੍ਰੇਟ ਦੀ ਅਦਾਲਤ ਨੇ ਇਹ ਜਾਣਕਾਰੀ ਮਿਲੀ ਸੀਗੀ ਕਿ ਸੁਖਪ੍ਰੀਤ ਸਿੰਘ, ਜੋ ਕਿ ਪੀਜ਼ਾ ਹਟ ਦਾ ਕਰਮਚਾਰੀ ਹੈ ਤੇ ਹਾਇਰ ਅਲਬਰਟ ਸਟਰੀਟ ਚੈਸਟਰਫੀਲਡ ਦਾ ਰਹਿਣ ਵਾਲਾ ਹੈ, ਉਸ ਦੇ ਵੱਲੋਂ ਬਿਨਾਂ ਲਾਇਸੈਂਸ ਦੇ ਕਾਰ ਚਲਾਉਣ ਦਾ ਜੁਰਮ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਸਰਕਾਰੀ ਵਕੀਲ ਬੇਕੀ ਐਲਸੋਪ ਦੇ ਮੁਤਾਬਕ ਇੱਕ ਗਵਾਹ ਨੇ ਜਾਣਕਾਰੀ ਦਿੱਤੀ ਹੈ ਕਿ ਸੁਖਪ੍ਰੀਤ ਸਿੰਘ ਦੀ ਕਾਰ ਸੜਕ ਦੇ ਵਿਚਕਾਰ ਜ਼ਿਗਜ਼ੈਗ ਲਾਈਨ ਦੇ ਬਾਰ-ਬਾਰ ਅੰਦਰ ਬਾਹਰ ਹੋ ਗਈ ਸੀ ਅਤੇ ਦੂਜੇ ਪਾਸੇ ਯਾਨੀ ਕਿ ਉਲਟੀ ਦਿਸ਼ਾ ਦੇ ਵਿੱਚ ਜਾਣ ਵਾਲੀਆਂ ਗੱਡੀਆਂ ਦੇ ਵੱਲੋਂ ਉਸ ਨੂੰ ਆਪਣੀਆਂ ਲਾਈਟਾਂ ਜਗਾ ਕੇ ਸੁਖਪ੍ਰੀਤ ਸਿੰਘ ਨੂੰ ਚੁਕੰਨਾ ਕਰਨਾ ਪਿਆ। ਇਸ ਮਾਮਲੇ ਦਾ ਗਵਾਹ ਇੱਕ ਡਰਾਈਵਰ ਵੀ ਸੀਗਾ, ਜੋ ਕਿ ਸੁਖਪ੍ਰੀਤ ਸਿੰਘ ਦੀ ਕਾਰ ਦਾ ਪਿੱਛਾ ਕਰ ਰਿਹਾ ਸੀ ਅਤੇ ਉਸਨੇ ਪੁਲਿਸ ਨੂੰ ਇਸ ਮਾਮਲੇ 'ਚ ਸੂਚਨਾ ਦਿੱਤੀ ਸੀ। ਇਸ ਮਾਮਲੇ ਦੇ ਬਾਰੇ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ ਕਿ ਗਵਾਹ ਨੇ ਦੱਸਿਆ ਕਿ ਕਾਰ ਬਿਨਾਂ ਕਿਸੇ ਕਾਰਨ ਦੇ ਸੜਕ ਦੇ ਵਿਚਕਾਰ ਰੁਕ ਗਈ ਅਤੇ ਫਿਰ ਚੱਲ ਪਈ, ਪਰ ਚੱਲਦੀ ਹੋਈ ਸੜਕ ਤੇ ਇੱਧਰ-ਉੱਧਰ ਜਾਂਦੀ ਰਹੀ। ਇਸ ਖਬਰ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕ ਗਈਆਂ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਸਿੰਟਾ ਆਰਡਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ। ਨਮ ਅੱਖਾਂ ਦੇ ਨਾਲ ਆਰਡਨ ਨੇ ਨੇਪੀਅਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ 7 ਫਰਵਰੀ ਪ੍ਰਧਾਨ ਮੰਤਰੀ ਵਜੋਂ ਉਹਨਾਂ ਦਾ ਆਖਰੀ ਦਿਨ ਹੋਏਗਾ। ਉਹਨਾਂ ਨੇ ਕਿਹਾ ਕਿ ਮੇਰੇ ਕਾਰਜਕਾਲ ਦਾ 6ਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਅਤੇ ਮੈਂ ਹਰ ਸਾਲ ਆਪਣਾ ਸਰਵਸ਼੍ਰੇਸ਼ਟ ਦਿੱਤਾ। ਉਹਨਾਂ ਨੇ ਐਲਾਨ ਕੀਤਾ ਕਿ ਨਿਊਜ਼ੀਲੈਂਡ ਦੀਆਂ ਅਗਲੀਆਂ ਆਮ ਚੋਣਾਂ 14 ਅਕਤੂਬਰ ਨੂੰ ਹੋਣਗੀਆਂ ਅਤੇ ਉਹ ਉਦੋਂ ਤੱਕ ਸੰਸਦ ਮੈਂਬਰ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਅਜੇ ਇਹ ਸਪਸ਼ਟ ਨਹੀਂ ਹੈ ਕਿ ਚੋਣਾਂ ਤੱਕ ਪ੍ਰਧਾਨ ਮੰਤਰੀ ਦਾ ਅਹੁਦਾ ਕੌਣ ਸੰਭਾਲੇਗਾ। ਉਪ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹ ਲੇਬਰ ਪਾਰਟੀ ਦੀ ਅਗਵਾਈ ਦੇ ਲਈ ਚੋਣ ਨਹੀਂ ਲੜਨਗੇ। ਆਰਡਨ ਨੇ ਆਪਣੇ ਅਹੁਦੇ ਨੂੰ ਕਈ ਵਿਸ਼ੇਸ਼ ਅਧਿਕਾਰਾਂ ਦੇ ਨਾਲ ਭਰਿਆ ਪਰ ਚੁਣੌਤੀਪੂਰਨ ਦੱਸਿਆ। ਉਹਨਾਂ ਨੇ ਕਿਹਾ ਕਿ ਇਸ ਭੂਮਿਕਾ ਨੂੰ ਨਿਭਾਉਣ ਦੇ ਲਈ ਹਮੇਸ਼ਾ ਅਣਕਿਆਸੀਆਂ ਚੀਜ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਮੈਂ ਇਸ ਅਹੁਦੇ ਲਈ ਇਸ ਨੂੰ ਨਹੀਂ ਛੱਡ ਰਹੀ ਕਿਉਂਕਿ ਇਹ ਚੁਣੌਤੀਆਂ ਨਾਲ ਭਰਿਆ ਹੈ। ਜੇਕਰ ਅਜਿਹਾ ਹੁੰਦਾ ਤਾਂ ਮੈਂ ਪ੍ਰਧਾਨ ਮੰਤਰੀ ਬਣਨ ਤੋਂ 2 ਮਹੀਨੇ ਬਾਅਦ ਅਹੁਦਾ ਛੱਡ ਦਿੱਤਾ ਹੁੰਦਾ। ਮੈਂ ਇਸ ਅਹੁਦੇ ਨੂੰ ਇਸ ਲਈ ਛੱਡ ਰਹੀ ਹਾਂ ਕਿਉਂਕਿ ਇਸ ਦੇ ਨਾਲ ਮਿਲਣ ਵਾਲੇ ਵਿਸ਼ੇਸ਼ ਅਧਿਕਾਰਾਂ ਦੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆਉਂਦੀਆਂ ਨੇ। ਇਹ ਜਾਣਨ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਅਗਵਾਈ ਕਰਨ ਦੇ ਲਈ ਕਦੋਂ ਸਹੀ ਵਿਅਕਤੀ ਹੋ ਅਤੇ ਕਦੋਂ ਨਹੀਂ। ਮੈਂ ਜਾਣਦੀ ਹਾਂ ਕਿ ਇਸ ਅਹੁਦੇ ਦੇ ਲਈ ਕੀ ਚਾਹੀਦਾ ਹੈ ਅਤੇ ਮੈਨੂੰ ਪਤਾ ਹੈ ਕਿ ਮੇਰੇ ਕੋਲ ਹੁਣ ਜਨੂਨ ਨਹੀਂ ਹੈ। ਇਹ ਅਸਲ ਗੱਲ ਹੈ। ਆਰਡਨ ਦੀ ਉਦਾਰਵਾਦੀ ਲੇਬਰ ਪਾਰਟੀ ਨੇ 2 ਸਾਲ ਪਹਿਲਾਂ ਚੋਣਾਂ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਸੀ, ਪਰ ਹਾਲ ਵਿੱਚ ਹੋਈਆਂ ਚੋਣਾਂ 'ਚ ਉਹਨਾਂ ਦੀ ਪਾਰਟੀ ਨੂੰ ਉਹਨਾਂ ਦੇ ਰੂੜੀਵਾਦੀ ਵਿਰੋਧੀਆਂ ਨੇ ਪਛਾੜ ਦਿੱਤਾ ਸੀ। ਆਰਡਨ ਦੀ ਵਿਸ਼ਵ ਵਿਆਪੀ ਮਹਾਮਾਰੀ ਨਾਲ ਨਜਿੱਠਣ ਦੇ ਲਈ ਚੁੱਕੇ ਗਏ ਕਦਮਾਂ ਦੇ ਲਈ ਵਿਸ਼ਵ ਭਰ ਦੇ ਵਿੱਚ ਪ੍ਰਸ਼ੰਸਾ ਕੀਤੀ ਗਈ ਸੀ। ਹਾਲਾਂਕਿ ਪਾਬੰਦੀਆਂ ਬਹੁਤ ਸਖਤ ਹੋਣ ਕਾਰਨ ਕਈ ਵਾਰ ਉਹਨਾਂ ਨੂੰ ਦੇਸ਼ ਦੇ ਅੰਦਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਆਰਡਨ ਨੇ ਦਸੰਬਰ ਵਿੱਚ ਘੋਸ਼ਣਾ ਕੀਤੀ ਸੀਗੀ ਕਿ ਇੱਕ ਰਾਇਲ ਕਮਿਸ਼ਨ ਆਫ ਇਨਕੁਆਇਰੀ ਇਸ ਗੱਲ ਦੀ ਜਾਂਚ ਕਰੇਗਾ ਕਿ ਕੀ ਸਰਕਾਰ ਨੇ ਕੋਵਿਡ-19 ਨਾਲ ਨਜਿੱਠਣ 'ਚ ਸਹੀ ਫੈਸਲੇ ਲਏ ਨੇ ਅਤੇ ਭਵਿੱਖ ਦੀਆਂ ਮਹਾਮਾਰੀਆਂ ਦੇ ਲਈ ਬਿਹਤਰੀ ਤਿਆਰੀ ਕਿਵੇਂ ਕੀਤੀ ਜਾ ਸਕਦੀ ਹੈ। ਇਸ ਦੀ ਰਿਪੋਰਟ ਅਜੇ ਨਹੀਂ ਆਈ ਹੈ। ਚੀਨ ਵਿੱਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ।
ਚੀਨ ਦੀ ਸਰਕਾਰ ਨੇ ਬੁੱਧਵਾਰ ਨੂੰ ਕੋਵਿਡ-19 ਦੇ ਹਾਲਾਤਾਂ ਸੰਬੰਧੀ ਦੱਸਿਆ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਨੂੰ ਰੋਕਣ ਦੇ ਲਈ ਬਹੁਤ ਸੰਘਰਸ਼ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਨੂੰ ਕਾਬੂ ਕਰਨ ਦੇ ਲਈ ਡਾਕਟਰੀ ਸੇਵਾਵਾਂ ਦੀ ਸਪਲਾਈ ਵਧਾਉਣ ਦੀ ਲੋੜ ਹੈ। ਜਾਣਕਾਰੀ ਦੇ ਅਨੁਸਾਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੀਨ ਦੇ ਉੱਤਰ ਪੂਰਬੀ ਖੇਤਰ 'ਚ ਸੂਬੇ ਦੇ ਇੱਕ ਹਸਪਤਾਲ ਦੇ ਵਿੱਚ ਡਾਕਟਰਸ ਅਤੇ ਸਟਾਫ ਦੇ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਦੇਸ਼ ਨੂੰ ਨੋਵਲ ਕਰੋਨਾ ਵਾਇਰਸ ਨੂੰ ਕਾਬੂ ਕਰਨ ਦੇ ਲਈ ਡਾਕਟਰੀ ਸੇਵਾਵਾਂ ਦੀ ਸਪਲਾਈ ਵਧਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਵਾਈਆਂ ਦੀ ਸਪਲਾਈ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ। ਦੱਸ ਦਈਏ ਕਿ ਚਾਈਨਾ ਦੇ ਵਿੱਚ ਲੱਖਾਂ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਆਪਣੇ ਘਰਾਂ ਨੂੰ ਪਰਤ ਰਹੇ ਨੇ। ਸ਼ੁੱਕਰਵਾਰ ਤੱਕ ਅਜਿਹੇ ਲੋਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਅਜਿਹੇ 'ਚ ਚੀਨ ਦੇ ਸ਼ਹਿਰਾਂ ਅਤੇ ਪਿੰਡਾਂ 'ਚ ਕਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਸ ਸ਼ੰਘਾਈ ਵਰਗੀਆਂ ਮੈਗਾ ਸਿਟੀਜ਼ ਦੇ ਵਿੱਚ ਸਿਖਰ ਤੇ ਪਹੁੰਚ ਗਿਆ। ਵੱਡੀ ਗਿਣਤੀ ਵਿੱਚ ਮਜ਼ਦੂਰ ਇੱਥੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਵੱਲ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਚੀਨ ਦੇ ਪਿੰਡਾਂ ਵਿੱਚ ਸਿਹਤ ਸੰਭਾਲ ਪ੍ਰਣਾਲੀ ਠੀਕ ਨਹੀਂ ਹੈ, ਇਸ ਲਈ ਉੱਥੇ ਸਥਿਤੀ ਚਿੰਤਾਜਨਕ ਹੋ ਸਕਦੀ ਹੈ। ਅਫਗਾਨਿਸਤਾਨ ਦੇ ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਿਮ 2 ਪਾਵਨ ਸਰੂਪ ਬੁੱਧਵਾਰ ਨੂੰ ਦਿੱਲੀ ਪਹੁੰਚੇ, ਜਿੱਥੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਲਿਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਿਮ 2 ਸਰੂਪਾਂ ਦੇ ਨਾਲ 3 ਵਿਅਕਤੀ ਕਾਬੁਲ ਤੋਂ ਪੁੱਜੇ। ਜਦੋਂ ਤੋਂ ਤਾਲਿਬਾਨ ਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਹੈ, ਸਿੱਖ ਧਰਮ ਦੇ ਨਾਲ ਜੁੜੀਆਂ ਆਸਥਾ ਅਤੇ ਵਿਰਸੇ ਦੀਆਂ ਨਿਸ਼ਾਨੀਆਂ ਨੂੰ ਵਾਪਸ ਲਿਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ 2 ਪਾਵਨ ਸਰੂਪ ਦਿੱਲੀ ਲਿਆਂਦੇ ਗਏ। ਇਸ ਦੌਰਾਨ ਜਾਗੋ ਜਾਗ ਆਸਰਾ, ਗੁਰੂ ਓਟ ਅਤੇ DSGPC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜ਼ੀਕੇ ਨੇ ਕਿਹਾ ਕਿ ਤਾਲਿਬਾਨ ਸ਼ਾਸਨ ਦੇ ਆਉਣ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਰੇ ਧਾਰਮਿਕ ਵਿਰਸੇ ਨੂੰ ਵਾਪਸ ਲਿਆਂਦਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ 2 ਸਰੂਪ ਉੱਥੇ ਹੀ ਰਹਿ ਗਏ ਸਨ। ਅਸੀਂ ਇਹਨਾਂ ਨੂੰ ਪਹਿਲਾਂ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਮੇਂ ਤਾਲਿਬਾਨ ਨੇ ਤਕਨੀਕੀ ਪਹਿਲੂਆਂ ਦੇ ਮੱਦੇਨਜ਼ਰ ਇਸ ਨੂੰ ਰੋਕ ਦਿੱਤਾ ਸੀ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਨੂੰ ਯੁੱਧ ਸ਼ੁਰੂ ਕਰਨ ਦੇ ਲਈ ਕੁਝ ਸਕਿੰਟਾਂ ਦਾ ਸਮਾਂ ਲੱਗਾ ਸੀ, ਪਰ ਦੁਨੀਆ ਨੂੰ ਪਾਬੰਦੀਆਂ ਲਗਾਉਣ ਵਿੱਚ ਕਈ ਦਿਨ ਲੱਗ ਗਏ। ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਬੈਠਕ ਨੂੰ ਕੀਵ ਤੋਂ ਆਨਲਾਈਨ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਰੂਸ ਨੇ ਬਿਨਾਂ ਕਿਸੇ ਝਿਜਕ ਦੇ ਕ੍ਰੀਮੀਆ ਤੇ ਹਮਲਾ ਕੀਤਾ ਤਾਂ ਦੁਨੀਆ ਝਿਜਕ ਰਹੀ ਸੀ, ਪਰ ਦੁਨੀਆ ਨੂੰ ਹੁਣ ਸੰਕੋਚ ਨਹੀਂ ਕਰਨਾ ਚਾਹੀਦਾ। ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਨੂੰ ਰੂਸ ਦੀ ਤੁਲਨਾ ਵਿੱਚ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਹੀ ਇਸ ਯੁੱਧ ਨੂੰ ਖਤਮ ਕਰਨਾ ਹੋਏਗਾ, ਇਸ ਲਈ ਪੂਰੀ ਦੁਨੀਆ ਨੂੰ ਯੂਕਰੇਨ ਦਾ ਸਮਰਥਨ ਕਰਨ ਦੇ ਲਈ ਇਕਜੁੱਟ ਹੋਣਾ ਪਏਗਾ। ਉਹਨਾਂ ਨੇ ਕਿਹਾ ਕਿ ਇਸ ਯੁੱਧ ਨੂੰ ਜਿੱਤਣ ਅਤੇ ਸੰਕਟ ਤੋਂ ਉਭਰਨ ਦੇ ਲਈ ਯੂਕਰੇਨ ਨੂੰ ਫੌਜੀ ਮਦਦ ਦੇ ਨਾਲ-ਨਾਲ ਵਿੱਤੀ ਸਹਾਇਤਾ ਦੀ ਵੀ ਜ਼ਰੂਰਤ ਹੈ। ਜ਼ੈਲੈਂਸਕੀ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਨਹੀਂ ਹੈ, ਉਹ ਕਿਤੇ ਨਹੀਂ ਜਾਣਾ ਚਾਹੁੰਦੇ ਅਤੇ ਯੁੱਧ ਲੜਨ ਦੇ ਲਈ ਉਹਨਾਂ ਨੂੰ ਕੇਵਲ ਗੋਲਾ ਬਾਰੂਦ ਦੀ ਜ਼ਰੂਰਤ ਹੈ। ਲਾਡੋਵਾਲ ਟੋਲ ਪਲਾਜ਼ਾ ਤੇ ਪਿਛਲੇ 7 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਈ ਬੈਠੇ 108 ਐਂਬੂਲੈਂਸ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਬੁੱਧਵਾਰ ਰਾਤ ਨੂੰ ਆਪਣਾ ਧਰਨਾ ਖਤਮ ਕਰ ਦਿੱਤਾ। ਇਸ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਨਿੱਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਨੂੰ ਉਹਨਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ ਚੰਡੀਗੜ੍ਹ ਪੰਜਾਬ ਭਵਨ 'ਚ ਹੋਈ। ਉਹਨਾਂ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਅਗਲੀ ਮੀਟਿੰਗ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਆਉਣ ਵਾਲੇ ਦਿਨਾਂ 'ਚ ਹੋਏਗੀ। ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ 0 ਤੋਂ ਹੇਠਾਂ ਚੱਲ ਰਿਹਾ। ਬੁੱਧਵਾਰ ਨੂੰ ਬਠਿੰਡਾ ਅਤੇ ਗੁਰੂਗ੍ਰਾਮ ਵਿੱਚ ਰਾਤ ਦਾ ਤਾਪਮਾਨ -0.2 ਡਿਗਰੀ ਸੈਲਸੀਅਸ ਤੇ ਪਹੁੰਚਿਆ, ਜਿਸ ਨਾਲ ਸ਼ਹਿਰਾਂ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਹਾਲਾਂਕਿ ਦਿਨ ਦੇ ਸਮੇਂ ਚੰਡੀਗੜ੍ਹ ਸਣੇ ਪੰਜਾਬ ਹਰਿਆਣਾ ਦੇ ਕਈ ਸ਼ਹਿਰਾਂ ਦੇ ਵਿੱਚ ਧੁੱਪ ਨਿਕਲੀ, ਪਰ ਰਾਤ ਨੂੰ ਤਾਪਮਾਨ ਬਹੁਤ ਜ਼ਿਆਦਾ ਹੇਠਾਂ ਆ ਗਿਆ। ਮੌਸਮ ਵਿਭਾਗ ਦੇ ਅਨੁਸਾਰ ਹੁਣ ਕੁਝ ਦਿਨਾਂ ਤੱਕ ਮੌਸਮ ਮਿਜ਼ਾਜ ਅਜਿਹਾ ਹੀ ਰਹਿਣ ਵਾਲਾ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਡਾਕਟਰ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਇਸ ਤਰ੍ਹਾਂ ਡਿੱਗ ਜਾਏਗਾ। ਮੀਂਹ ਪੈਣ ਤੋਂ ਬਾਅਦ ਤਾਪਮਾਨ ਆਮ ਵਾਂਗ ਰਹਿਣ ਦੀ ਉਮੀਦ ਹੈ। ਫਿਲਹਾਲ ਪੰਜਾਬ ਤੇ ਹਰਿਆਣਾ ਵਿੱਚ ਬੁੱਧਵਾਰ ਨੂੰ ਕੜਾਕੇ ਦੀ ਠੰਡ ਰਹੀ ਤੇ ਜ਼ਿਆਦਾਤਰ ਥਾਵਾਂ ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਬਣਿਆ ਰਿਹਾ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਬਠਿੰਡਾ ਅਤੇ ਫਰੀਦਕੋਟ ਦੇ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ -0.2 ਡਿਗਰੀ ਸੈਲਸੀਅਸ ਤੱਕ ਹੇਠਾਂ ਦਰਜ ਕੀਤਾ ਗਿਆ। ਈਰਾਨ ਵਿੱਚ 16 ਸਤੰਬਰ ਨੂੰ ਨੈਤਿਕਤਾ ਪੁਲਿਸ ਹਿਰਾਸਤ ਦੇ ਵਿੱਚ 22 ਸਾਲਾ ਕੁਰਦਿਸ਼ ਇਰਾਨੀ ਮਹਿਲਾ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ
ਦੇਸ਼ ਭਰ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਸੰਬੰਧ ਵਿੱਚ ਹੁਣ ਤੱਕ ਕੁੱਲ 4 ਨੌਜਵਾਨਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਨੌਜਵਾਨਾਂ ਨੂੰ ਸਜ਼ਾ ਤੋਂ ਬਚਣ ਦੇ ਲਈ ਆਪਣੀ ਗੱਲ ਰੱਖਣ ਦੇ ਲਈ ਅਦਾਲਤ ਨੇ ਕੇਵਲ 15 ਮਿੰਟ ਦਾ ਸਮਾਂ ਦਿੱਤਾ ਤੇ ਪੂਰੀ ਗੱਲ ਨਹੀਂ ਸੁਣੀ। 22 ਸਾਲ ਦੇ ਕਰਾਟੇ ਚੈਂਪੀਅਨ ਮਹਿਦੀ ਕਾਰਮੀ ਅਤੇ ਵਾਲੰਟੀਅਰ ਬੱਚਿਆਂ ਦੇ ਕੋਚ ਸਾਇਦ ਮੁਹੰਮਦ ਹੁਸੈਨੀ ਨੂੰ 7 ਜਨਵਰੀ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ, ਜਦੋਂ ਕਿ 2 ਨੌਜਵਾਨਾਂ ਨੂੰ ਦਸੰਬਰ ਮਹੀਨੇ ਫਾਂਸੀ ਤੇ ਲਟਕਾਇਆ ਗਿਆ ਸੀ। ਕਾਰਮੀ ਦੇ ਪਿਤਾ ਮਾਸ਼ਾਅੱਲਾ ਜੋ ਗਲੀਆਂ ਦੇ ਵਿੱਚ ਘੁੰਮ ਕੇ ਟਿਸ਼ੂ ਪੇਪਰ ਦੇ ਪੈਕੇਟ ਵੇਚਦੇ ਨੇ, ਉਹਨਾਂ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਹੈ। ਇਹ ਮਾਂ ਨੂੰ ਨਾ ਦੱਸਿਓ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹੁਣ ਤੱਕ 18 ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਦੇ ਦਿੱਤੀ ਜਾ ਚੁੱਕੀ ਹੈ ਤੇ ਸੁਣਵਾਈ ਜਿਸ ਤਰ੍ਹਾਂ ਨਾਲ ਹੁੰਦੀ ਹੈ ਉਹ ਕੇਵਲ ਇਨਸਾਫ ਅਤੇ ਮਨੁੱਖੀ ਅਧਿਕਾਰਾਂ ਦਾ ਮਜ਼ਾਕ ਹੈ। ਅਜਿਹਾ ਲੱਗਦਾ ਹੈ ਕਿ ਸਰਕਾਰ ਦਾ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਅਤੇ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾ ਕੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਡਰ ਪੈਦਾ ਕਰਨਾ ਹੈ। ਇਸ ਮੁਕੱਦਮੇ ਦੇ ਵਿੱਚ ਦੋਸ਼ੀਆਂ ਨੂੰ ਆਪਣਾ ਵਕੀਲ ਰੱਖਣ ਦੀ ਆਗਿਆ ਨਹੀਂ ਦਿੱਤੀ ਗਈ। ਸੁਣਵਾਈ ਦੇ ਦੌਰਾਨ ਅਦਾਲਤ ਵਿੱਚ ਦੋਸ਼ੀਆਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਪੱਤਰਕਾਰਾਂ ਦੇ ਆਉਣ ਤੇ ਵੀ ਰੋਕ ਸੀ। 5 ਦਸੰਬਰ ਨੂੰ ਕਾਰਮੀ ਨੂੰ ਉਸਦੇ 4 ਸਹਿਯੋਗੀਆਂ ਦੇ ਨਾਲ ਫਾਂਸੀ ਸੁਣਾਈ ਗਈ ਸੀ, ਜਦੋਂ ਕਿ ਬੱਚਿਆਂ ਤੇ 8 ਹੋਰਾਂ ਨੂੰ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਨਾਰਵੇ ਸਥਿਤ ਈਰਾਨ ਮਨੁੱਖੀ ਅਧਿਕਾਰ ਸੰਗਠਨ ਦੇ ਮੁਤਾਬਕ 481 ਪ੍ਰਦਰਸ਼ਨਕਾਰੀ ਹੁਣ ਤੱਕ ਪੁਲਿਸ ਦੇ ਹੱਥੋਂ ਮਾਰੇ ਜਾ ਚੁੱਕੇ ਨੇ। ਕਾਰਮੀ ਅਤੇ ਹੁਸੈਨੀ ਨੂੰ 3 ਨਵੰਬਰ ਨੂੰ ਤਹਿਰਾਨ ਦੇ ਪੱਛਮ ਦੇ ਵਿੱਚ ਕਾਰਜ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਅਰਧ ਸੈਨਿਕ ਬਸੀਜ਼ ਬਲ ਦੇ ਇੱਕ ਮੈਂਬਰ ਦੀ ਹੱਤਿਆ ਕਰਨ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।